ਵਾਹਿਗੁਰੂ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰ ਪ੍ਰਸਾਦ ਰਾਜੇ ਪਾਪ ਕਮਾਵੰਦੇ ਉਲਟੀ ਵਾੜ ਖੇਤ ਕੋ ਖਾਈ ਰਾਜੇ ਪਾਪ ਕਮਾਵੰਦੇ ਉਲਟੀ ਵਾੜ ਖੇਤ ਕੋ ਖਾਈ ਰਾਜੇ ਪਾਪ ਕਮਾਵੰਦੇ ਉਲਟੀ ਵਾੜ ਖੇਤ ਕੋ ਖਾਈ ਉਲਟੀ ਵਾੜ ਖੇਤ ਕੋ ਖਾਈ ਉਲਟੀ ਵਾੜ ਖੇਤ ਕੋ ਖਾਈ ਰਾਜੇ ਪਾਪ ਕਮਾਵੰਦੇ ਉਲਟੀ ਵਾੜ ਖੇਤ ਕੋ ਖਾਈ ਰਾਜੇ ਪਾਪ ਕਮਾਵੰਦੇ ਉਲਟੀ ਵਾੜ ਖੇਤ ਕੋ ਖਾਈ ਕੱਲ ਆਈ ਕੁੱਤੇ ਮੂਹੀ ਕੱਲ ਆਈ ਕੁੱਤੇ ਮੂਹੀ ਖਾਜ ਹੋਆ ਮੁਰਦਾਰ ਗੁਸਾਈ ਖਾਜ ਹੋਆ ਮੁਰਦਾਰ ਗੁਸਾਈ ਰਾਜੇ ਪਾਪ ਕਮਾਵੰਦੇ ਰਾਜੇ ਪਾਪ ਕਮਾਵੰਦੇ ਰਾਜੇ ਪਾਪ ਕਮਾਵੰਦੇ ਉਲਟੀ ਵਾੜ ਖੇਤ ਕੋ ਖਾਈ ਉਲਟੀ ਵਾੜ ਖੇਤ ਕੋ ਖਾਈ ਰਾਜੇ ਪਾਪ ਕਮਾਵੰਦੇ ਉਲਟੀ ਵਾੜ ਖੇਤ ਕੋ ਖਾਈ ਰਾਜੇ ਪਾਪ ਕਮਾਵੰਦੇ ਉਲਟੀ ਵਾੜ ਖੇਤ ਕੋ ਖਾਈ ਪਰ ਜਾਇੰਦੀ ਗਿਆਨ ਬਿਨ ਪਰ ਜਾਇੰਦੀ ਗਿਆਨ ਬਿਨ ਕੂੜ ਕੁਸਾਤ ਮੁਖੋਂ ਅਲਾਈ ਬਿਨ ਕੂੜ ਸਤ
मुखों अलाई चेले साज बजाएं दे चेले साज बजाएं दे नचन गुरु बहु विध पाई बहुत विध पाई नचन गुरु बहु विध पाई राजे पाप कमाम दे उल्टी वाड़ खेत को खाई राजे पाप कमाम दे उल्टी वाड़ खेत को खाई सेवक बैठन घरां विच सेवक बैठन ਘਰਾਂ ਵਿੱਚ ਗੁਰ ਉੱਠ ਕਰੀ ਤੇ ਨਾੜੇ ਜਾਈ ਉੱਠ ਕਰੀ ਤੇ ਨਾੜੇ ਜਾਈ ਕਾਜੀ ਹੋਏ ਰਿਸ਼ਵਤੀ ਕਾਜੀ ਹੋਏ ਰਿਸ਼ਵਤੀ ਵੱਡੀ ਲੈ ਕੇ ਹੱਕ ਗਵਾਈ ਵੱਡੀ ਲੈ ਕੇ ਹੱਕ ਗਵਾਈ ਰਾਜੇ ਪਾਪ ਕਮਾਵੰਦੇ ਉਲਟੀ ਵਾੜ खेत को खाई राजे पाप कमाम दे उल्टी वाड़ खेत को खाई ਵਰਤਿਆ ਪਾਪ ਸਬਸ ਜਗ ਮਾਹੀ 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 ਇਸਤਰੀ ਪੁਰਖੈ ਦਾਮ ਹਿਤ ਭਾਵੇਂ ਆਵੇ ਕਿਥਾਉ ਜਾਏ ਵਰਤਿਆ ਪਾਪ ਸਬਸ ਜਗ ਮਾਹੀ ਰਾਜੇਸ਼ੀ ਮੁਕੱਦਮ ਕੁੱਤੇ ਜਾਏ ਜਗਾਇਨ ਬੈਠੇ ਸੁਤੇ ਰਾਜੇ ਪਾਪ ਕਮਾਵੰਦੇ उल्टी वाड़ खेत को खाई राजेशी मुकद्दम कुते जाए जगायन बैठे सुते कुत्ता राज बहालिए फिर चक्की चटै सप्पी दुध पियाईए वे मूहों सुटै कुत्ता राज बहालिए फिर चक्की चटै सप्पी दुध पियाईए वेह मूहों सुटै वरत्या पाप सबस जग माही वरत्या पाप सबस जग माही वरत्या पाप सबस जग माही वरत्या पाप सबस जग माही
ਰਾਜੇ ਪਾਪ ਕਮਾਵੰਦੇ ਉਲਟੀ ਵਾੜ ਖੇਤ ਕੋ ਖਾਈ ਰਾਜੇ ਪਾਪ ਕਮਾਵੰਦੇ ਉਲਟੀ ਵਾੜ खेत को खाई उल्टी वाड़ खेत को खाई उल्टी वाड़ खेत को खाई। वाहिगुरु जी का खालसा वाहिगुरु जी की फतेह। असी रबाबी कीर्तन के द्वारा ये जिहड़ा काला कानून इन्हां ने लैके आंदा है, असी उहदा दिल दे सिखरां तो विरोध करते हाँ। मैं भी किसान दा बच्चा हाँ। भाई तारू सिंह दा जन्म दिहाड़ा आउण वाला 300 साला ते भाई तारू सिंह खेती करदा सी ते इन्हां साजां ने जिस साज नाल असीं अज कीर्तन कीता इसे नाल ही कीर्तन करदा सी सरन दे नाल। वो खोपरी लवाउणी प्रवान कर गया पर उन्हें ये नहीं कहा कि मैं गोडनियां ला दियां सरकार दे अगे। मैं केवल एक दो नुकते तुहाडे नाल जिहड़े साझे करने मैं सिर्फ उही करके केवल 5 मिनट मैं गिण के लैणे आ, बाकी वीर भी आए हुए आ। पहला नुकता यह है कि ਵੀਰੋ ਅਸੀਂ ਸਭ ਤੋਂ ਪਹਿਲਾਂ ਸਮਝੀਏ ਸਾਡਾ ਪਾਲਾ ਕਿੰਨਾ ਨਾ ਪਿਆ। ਜਿੰਨੀ ਦੇਰ ਤੱਕ ਸਾਡੇ ਦਿਮਾਗ ਵਿੱਚ ਇਹ ਚੀਜ਼ ਨਹੀਂ ਜਾਂਦੀ ਅਸੀਂ ਆਪਣਾ ਰੋਡ ਮੈਪ ਤਿਆਰ ਨਹੀਂ ਕਰ ਸਕਦੇ। ਸਾਡਾ ਪਾਲਾ ਕਿਹਦੇ ਨਾਲ ਪਿਆ ਹੈ, ਕਿਹਦੇ ਨਾਲ ਟਕਰਾਇਆ ਸਾਡਾ। 3 ਵੱਡੀਆਂ ਚੀਜ਼ਾਂ ਤੁਹਾਡੇ ਸਾਹਮਣੇ ਹੈ। ਪਹਿਲਾ ਨੰਬਰ ਹੋ ਤੁਸੀਂ ਆਪ ਜਿਹੜੇ ਫੈਸਲਾ ਕਰ ਸਕਦੇ ਆ, ਜਿਹੜੇ ਧਰਤੀ ਦੀ ਹਿੱਕ ਪਾੜ ਕੇ ਅਨਾਜ ਪੈਦਾ ਕਰ ਸਕਦੇ ਹੋ, ਪਹਿਲੇ ਤੁਸੀਂ ਆਪ ਹੋ। ਦੂਜਾ ਹੈ ਜਿਹੜਾ ਬੰਦਾ ਤੁਹਾਡੇ ਵਿੱਚ ਸੈਂਟਰ ਦੇ ਵਿੱਚ ਪੈ ਕੇ ਕਹਿੰਦਾ ਆ ਮੈਂ ਤੈਨੂੰ, ਜਿਹੜਾ ਕੁੱਤੇ ਤੋਂ ਬੱਕਰਾ ਤੇ ਬੱਕਰੇ ਨੂੰ ਕੁੱਤਾ ਬਣਾਉਣ ਦੀ ਸਮਰੱਥਾ ਰੱਖਦਾ ਦਿਮਾਗੀ ਤੌਰ ਤੇ, ਉਹਨੂੰ ਕਹਿੰਦੇ ਸ਼ੈਤਾਨ, ਉਹਨੂੰ ਕਹਿੰਦੇ ਹੈ ਵਪਾਰੀ। ਜਿਹੜਾ ਕੁੱਤੇ ਨੂੰ ਬੱਕਰਾ ਵੀ ਬਣਾ ਸਕਦਾ, ਬੱਕਰੇ ਨੂੰ ਕੁੱਤਾ ਬਣਾ ਕੇ ਵੇਚ ਸਕਦਾ ਹੈ। ਇੱਕ ਹੈਗਾ ਉਹ ਸੈਂਟਰ ਦੇ ਵਿੱਚ ਤੇ ਇੱਕ ਹੈ ਸਰਕਾਰ। ਹੁਣ ਤੁਸੀਂ ਦੱਸੋ ਤੁਹਾਡਾ ਪਾਲਾ ਕਿਹਦੇ ਨਾਲ ਪਿਆ ਹੈ? ਤੁਹਾਡਾ ਆਪਣੇ ਆਪ ਨਾਲ ਹੈ, ਵਪਾਰੀ ਨਾਲ ਹੈ ਕਿ ਸਰਕਾਰ ਨਾਲ ਹੈ? ਜੇ ਟਾਰਗੇਟ ਕਲੀਅਰ ਨਹੀਂ ਹੈਗਾ ਫਿਰ ਚਾਹੇ ਮੈਂ ਦੀਪ ਸਿੱਧੂ ਵੀਰ ਨੂੰ ਇੱਕ ਗੱਲ ਕਹਾਂਗਾ, ਮੈਂ ਤੁਹਾਡੀ ਕੱਲ੍ਹ ਵਾਲੀ ਵੀਡੀਓ ਵੇਖ ਚੁੱਕਿਆ। ਤੁਸੀਂ ਨੌਜਵਾਨਾਂ ਨੂੰ ਇੱਕ ਬੇਨਤੀ ਕਰਕੇ ਇੱਥੇ ਵਾਪਸ ਧਰਨੇ ਦੇ ਵਿੱਚ ਲਿਆਂਦਾ ਤੇ ਤੁਹਾਡੀ ਇੱਕ ਗੱਲ ਮੈਨੂੰ ਬਹੁਤ ਪਸੰਦ ਆਈ, ਜਿਹੜੀ ਉਹ ਮੇਨ ਇਹ ਹੈ ਕਿ 75 ਸਾਲ ਤੋਂ ਅਸੀਂ ਕੁੱਟ ਖਾ ਰਹੇ ਹਾਂ, ਇੱਦਾਂ ਹੀ ਖਾਣੀ ਹੈ ਕਿ ਇਕੱਠੇ ਹੋਣਾ। ਤੇ ਉਹ ਵੀਰ ਨੇ ਅੱਗੋਂ ਸਵਾਲ ਕੀਤਾ ਸੀ, ਅਸੀਂ ਤੇ ਇਸ ਜ਼ਖਮ ਦੀ ਗੱਲ ਕਰਦੇ ਹਾਂ ਜਿਹੜਾ ਹੁਣ ਦਿੱਤਾ। ਤੇ ਮੇਰਾ ਵੀ ਤੁਹਾਡੇ ਵਾਲਾ ਜਵਾਬ ਹੈ, ਜੇ ਇਸ ਜ਼ਖਮ ਨੂੰ ਭਰ ਦੇਣ ਅਗਲੇ ਤੇ ਇਹਦਾ ਮਤਲਬ ਜਿਹੜੇ ਬਾਕੀ ਜ਼ਖਮ ਨੇ ਉਹ ਵੀ ਨਾਲ ਹੀ ਭਰ ਜਾਣਗੇ ਕਿ ਅਜੇ ਰਹਿਣਗੇ। ਉਹ ਸਵਾਲ ਫਿਰ ਉੱਥੇ ਹੀ ਖੜਾ। ਅਸੀਂ ਚਾਹੁੰਦੇ ਕੀ ਹਾਂ? ਜਦੋਂ ਸਾਨੂੰ ਪਤਾ ਲੱਗ ਗਿਆ ਅਸੀਂ ਚਾਹੁੰਦੇ ਕੀ ਹਾਂ, ਉਹਦਾ ਮੈਂ ਇੱਕ ਸਾਫ਼ ਜੀ ਤਸਵੀਰ ਤੁਹਾਨੂੰ ਦਰਸਾਉਣ ਲੱਗਾ। ਤੁਹਾਨੂੰ ਲੱਗਦਾ ਹੋਣਾ ਸ਼ਾਇਦ ਇਹ ਬੰਦੇ ਰਬਾਬੀ ਹੈ, ਇਹਨਾਂ ਨੂੰ ਕੀ ਪਤਾ ਸਰਕਾਰਾਂ ਕਿੱਦਾਂ ਚੱਲਦੀਆਂ ਤੇ ਕੀਰਤਨ ਕਰਨ ਵਾਲੇ ਆ। ਨਹੀਂ ਨਹੀਂ, ਸਾਨੂੰ ਸਾਡੇ ਗੁਰੂ ਨੇ ਇੱਕੋ ਗੱਲ ਸਿਖਾਈ ਹੈ, ਬਈਏ ਪੜ੍ਹਿਆ ਪਾਸ। ਸਾਡੇ ਗੁਰੂ ਨੇ ਸਾਨੂੰ ਸਿਖਾਇਆ ਅਕਲੀ ਪੜ੍ਹ ਕੇ ਬੁੱਝੀਏ, ਅਕਲੀ ਪਾਈਏ ਮਾਨ। ਅਕਲ ਨਾਲ ਪੜ੍ਹ ਕੇ ਬੁੱਝਦੇ ਹਾਂ ਅਸੀਂ ਤੇ ਅਕਲ ਨਾਲ ਹੀ ਸਾਨੂੰ ਮਾਣ ਮਿਲਦਾ ਹੈ। ਉਹਦੇ ਵਿੱਚੋਂ ਇੱਕ ਹੀ ਨੁਕਤਾ ਸਾਂਝਾ ਕਰਨ ਲੱਗਾ, ਜੇ ਤੁਹਾਡੇ ਪੱਲੇ ਪੈ ਗਿਆ ਤੇ ਮੈਨੂੰ ਲੱਗਦਾ ਬਹੁਤ ਕੁਝ ਤੁਸੀਂ ਘਰ ਲੈ ਜਾਣਾ। ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਸਾਲਾਨਾ ਬਜਟ ਹੈ ਪਤਾ ਕਿੰਨਾ ਹੈ ਜੀ? 9.8 ਬਿਲੀਅਨ ਰੁਪਈਏ। ਇੱਕ ਹੁੰਦਾ ਲੱਖ, ਇੱਕ ਹੁੰਦਾ ਕਰੋੜ, ਉਹ ਤੋਂ ਅੱਗੇ ਆਉਂਦਾ ਅਰਬ, ਉਹ ਤੋਂ ਅੱਗੇ ਆਉਂਦਾ ਖਰਬ, ਤੇ ਖਰਬ ਤੋਂ ਅੱਗੇ ਤਕਰੀਬਨ ਸਿਆਣੇ ਬੰਦੇ ਗਿਣਤੀ ਨਹੀਂ ਕਰਦੇ, ਅੱਗੇ ਨੀਲ ਆਉਂਦਾ ਹੈ। ਸ਼੍ਰੋਮਣੀ ਕਮੇਟੀ ਦਾ ਜਿਹੜਾ ਬਜਟ ਆ ਉਹ 9.8 ਬਿਲੀਅਨ ਅਰਬ ਰੁਪਈਆ ਆ। ਪੰਜਾਬ ਸਰਕਾਰ ਦਾ ਕਿੰਨਾ ਆ? 2.3 ਟ੍ਰਿਲੀਅਨ ਡਾਲਰ।
ਤੇ ਜਿਹੜੇ ਨਾਲ ਤੁਹਾਡਾ ਪੰਗਾ ਪਿਆ ਉਹਦਾ ਪਤਾ ਕਿੰਨਾ ਹੈ? ਜਿਹਦੇ ਨਾਲ ਤੁਹਾਡਾ ਪੰਗਾ ਪਿਆ, ਮੈਂ ਕਿਉਂਕਿ ਜਿੰਨੀ ਦੇਰ ਤੱਕ ਸਿਆਣੇ ਇੱਕ ਗੱਲ ਕਹਿੰਦੇ, ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਸਾਨੂੰ ਇੱਕ ਗੱਲ ਸਿਖਾਈ ਹੈ, ਜਿੰਨੀ ਦੇਰ ਤੱਕ ਦੁਸ਼ਮਣ ਦਾ ਅੰਦਾਜ਼ਾ ਨਹੀਂ, ਤੁਸੀਂ ਭੇਦ ਨਹੀਂ ਸਕਦੇ। ਦੁਸ਼ਮਣ ਨੂੰ ਇਹ ਅੰਦਾਜ਼ਾ ਕਰਾਓ ਕਿ ਜਿਹੜੇ ਅੰਦਰ 40 ਬੈਠੇ ਉਹ 40,000 ਆ, ਤੇ ਫਿਰ ਤੁਸੀਂ ਜੰਗ ਜਿੱਤ ਸਕਦੇ ਆ। ਅੰਦਰ ਜਿਹੜੇ 40 ਬੈਠੇ ਆ ਨਾ, ਜਦੋਂ ਜਕਾਰਾ ਛੱਡਣਗੇ ਇੱਕੋ ਆਵਾਜ਼ ਦੇ ਵਿੱਚ, ਤੇ ਸੂਈਆ ਕਹੇਗਾ ਮੈਨੂੰ ਐ ਲੱਗਦਾ ਸੀ 40 ਆ, ਪਰ ਨਹੀਂ, ਆਵਾਜ਼ 40,000 ਦੀ ਆਈ ਹੈ। ਤੁਸੀਂ 40 ਬੈਠੇ ਕੋਈ ਗੱਲ ਨਹੀਂ, ਬਹਿ ਜਾਓ, ਪਰ ਤੁਹਾਡੀ ਆਵਾਜ਼ ਦਾ ਜਕਾਰਾ, ਮੈਂ ਇਸੇ ਕਰਕੇ ਫਤਿਹ ਦੁਬਾਰਾ ਬੁਲਵਾਈ ਸੀ। ਐਦਾਂ ਨਹੀਂ ਹੁੰਦੇ ਸੰਘਰਸ਼, ਅੱਗ ਬਲਦੀ ਰੱਖੋ ਅੰਦਰ। ਜਿਹਦੇ ਨਾਲ ਤੁਹਾਡਾ ਪੰਗਾ ਪਿਆ ਉਹ 63 ਟ੍ਰਿਲੀਅਨ ਰੁਪੀਜ਼ ਉਹਦਾ ਬਜਟ ਆ, ਮੀਨਸ 28 ਪੰਜਾਬ ਦੀਆਂ ਸਰਕਾਰਾਂ ਖਰੀਦ ਸਕਦਾ ਉਹ। ਜਿਹਦੇ ਨਾਲ ਤੁਹਾਡਾ ਪੰਗਾ ਪਿਆ 28 ਪੰਜਾਬ ਦੀਆਂ ਸਰਕਾਰਾਂ ਅਜੇ ਜਿਹੜੀਆਂ ਆਈਆਂ ਵੀ ਨਹੀਂ ਤੁਹਾਡੇ ਗਰਭ ਦੇ ਵਿੱਚ, ਉਹ 28 ਦੀਆਂ 28 ਖਰੀਦ ਕੇ ਤੁਹਾਡੇ ਤੇ ਰਾਜ ਕਰ ਸਕਦਾ। ਆ ਅਜੇ 15 ਸਾਲ ਆ ਜਿਹੜੀਆਂ ਸਾਡੀਆਂ ਬਲਾਵਾਂ, ਦੋ ਪਿਓ ਪੁੱਤ, ਆ 15 ਸਾਲ ਨਹੀਂ ਅਜੇ ਮਗਰੋਂ ਲੱਥੇ, ਅਗਲੀ ਇੱਕ ਹੋਰ ਸਾਡੇ ਪੱਲੇ ਪਈ ਆ, ਤੇ ਜਿਹੜੀ ਅਗਲੀ ਬਣਨੀ ਆ ਉਹਦਾ ਬਜਟ ਉਸ 63 ਟ੍ਰਿਲੀਅਨ ਰੁਪੀਜ਼ ਵਾਲੇ ਨੇ ਤੈਅ ਕਰਨਾ ਕਿ ਪੰਜਾਬ 'ਚ ਸਰਕਾਰ ਕਿਹੜੀ ਬਣੇਗੀ। ਤੁਸੀਂ ਮੋਰਚੇ ਲਾਉਂਦੇ ਰਹਿ ਜਾਣਾ। ਇਸ ਕਰਕੇ ਸਭ ਤੋਂ ਪਹਿਲਾਂ ਤਾਕਤ ਤੁਸੀਂ ਸਰਕਾਰ ਨਾਲ ਮੱਥਾ ਲਾਉਣਾ ਕਿ ਵਪਾਰੀ ਨਾਲ। ਅਸੀਂ ਕਹਿੰਦੇ ਜੀ ਅਸੀਂ ਪੈਟਰੋਲ ਪੰਪ ਬੰਦ ਕਰਤੇ, ਅਸੀਂ ਉਹਦੇ ਟੋਲ ਪਲਾਜ਼ੇ ਬੰਦ ਕਰਤੇ, ਕਰ ਦਿਓ। ਤੁਸੀਂ ਪਤਾ ਕੀ ਕੀਤਾ ਹੈ? ਤੁਸੀਂ ਇੱਕ ਸਮੁੰਦਰ ਦੇ ਵਿੱਚੋਂ ਇੱਕ ਕੌਲੀ ਕੱਢ ਕੇ ਬਾਹਰ ਡੋਲਤੀ ਹੈ। ਉਹ ਅਗਲੇ ਕਹਿੰਦੇ ਚੰਗਾ ਹੋਇਆ, ਵਾਵਾ ਖੇਡੇ ਲੱਗੇ ਹੈ ਵੀ ਟੋਲ ਮਾਫ ਹੋ ਗਿਆ, ਖੇਡੀ ਚਲੋ। ਤੁਹਾਡਾ ਟਾਰਗੇਟ ਕੀ ਹੈ? ਜਿਸ ਬੰਦੇ ਨਾਲ ਤੁਹਾਡਾ ਪੰਗਾ ਪਿਆ ਹੈ, ਮੈਂ ਮਜ਼ਾਕੀਆ ਲਹਿਜੇ 'ਚ ਗੱਲ ਕਰਨ ਲੱਗਾ, ਇਹਨੂੰ ਸੀਰੀਅਸ ਨਾ ਲਿਆ, ਕਿਉਂਕਿ ਪਹਿਲਾਂ ਮੈਂ ਤੁਹਾਨੂੰ ਡਰਾ ਨਹੀਂ ਰਿਹਾ, ਤੁਹਾਨੂੰ ਦੁਸ਼ਮਣ ਦਾ ਭੇਦ ਦੇ ਰਿਹਾ। ਸ਼੍ਰੋਮਣੀ ਕਮੇਟੀ 117 ਸ਼੍ਰੋਮਣੀ ਕਮੇਟੀਆਂ ਦੁਬਾਰਾ ਖੜੀਆਂ ਕਰ ਸਕਦਾ ਮਿਟਾ ਕੇ, ਜਿਹਦੇ ਨਾਲ ਤੁਹਾਡਾ ਪੰਗਾ ਪਿਆ। 28 ਸਰਕਾਰਾਂ ਅੱਜ ਹੀ ਸਵਾਹ ਕਰਕੇ ਫਿਰ ਦੁਬਾਰਾ ਬਣਾ ਸਕਦਾ। ਤੇ ਆ ਮੋਦੀ ਵਰਗੇ ਉਹ 27 ਮਾਰ ਵੀ ਦਿਓ ਤੁਸੀਂ, ਕੱਖ ਨਹੀਂ ਹੁੰਦਾ, 27 ਹੋਰ ਖੜੀ ਕਰ ਦੇਗਾ ਉਹ। ਕੀ ਕਰੋਗੇ ਤੁਸੀਂ? ਤੁਹਾਨੂੰ ਉਹੀ ਤਰੀਕਾ ਅਪਣਾਉਣਾ ਪੈਣਾ ਜਿਹੜਾ ਤੁਹਾਡੇ ਗੁਰੂ ਨੇ ਤੁਹਾਨੂੰ ਦੱਸਿਆ। ਤੁਸੀਂ ਆਪ ਖੁਦ ਮੁਖਤਿਆਰੀ ਕਿੱਦਾਂ ਲੈਣੀ ਹੈ? ਤੁਹਾਡੇ ਅੰਦਰ ਕੀ ਹੈ? ਤੁਸੀਂ ਆਪਣੀ ਸਰਕਾਰ ਕੋਲੋਂ ਕੀ ਮਨਵਾਉਣਾ ਚਾਹੁੰਦੇ? ਅਗਲਾ ਆਪਣੀ ਘਰ ਵਾਲੀ ਦੇ ਜਨਮ ਦਿਨ ਤੇ 250 ਕਰੋੜ ਦੀ ਪਾਰਟੀ ਕਰਦਾ ਹੈ, ਕੱਲੀ ਆਪਣੀ ਘਰ ਵਾਲੀ ਦੇ, ਤੇ ਜੈਟ ਦਿੰਦਾ ਹੈ ਉਹਨੂੰ ਗਿਫਟ ਦੇ ਵਿੱਚ 240 ਕਰੋੜ ਦਾ, 500 ਕਰੋੜ ਰੁਪਈਆ ਲਾ ਦਿੰਦਾ ਹੈ ਉਹ। ਦੁਨੀਆ ਦੀਆਂ 10 ਮਹਾਨ ਵੱਡੇ ਪੈਸੇ ਵਾਲੀਆਂ ਹਸਤੀਆਂ ਜਿਹੜੀਆਂ, ਉਹਨਾਂ ਦੇ ਵਿੱਚੋਂ ਚੌਥੇ ਨੰਬਰ ਤੇ ਉਹਦਾ ਨਾਮ ਆਉਂਦਾ ਹੈ। ਇਸ ਕਰਕੇ ਵੀਰੋ, ਬਿਲਕੁਲ ਸਹੀ ਕਿਹਾ ਦੀਪ ਸਿੱਧੂ ਵੀਰ ਨੇ। ਮੈਂ ਅੱਜ ਤੋਂ ਪਹਿਲਾਂ ਨਾ ਵੀਰ ਨੂੰ ਜਾਣਦਾ ਸੀ, ਮੈਂ ਨਹੀਂ ਜਾਣਦਾ, ਪਰ ਉਹਦੇ ਦਿਲ ਦੇ ਵਿੱਚੋਂ ਜਿਹੜੀ ਆਵਾਜ਼ ਨਿਕਲੀ ਹੈ ਕੱਲ ਕਿ ਮੇਰੀ ਆਤਮਾ ਸਮਰਪਿਤ ਆ। ਪਰ ਵੀਰ ਮੇਰੇ, ਮੈਂ ਇੱਕ ਹੱਥ ਬੰਨ੍ਹ ਬੇਨਤੀ ਕਰ ਲੱਗਾ, ਬੜਾ ਧੋਖਾ ਕੀਤਾ। ਅਜੇ ਤੱਕ ਬਰਗਾੜੀ ਵਾਲੇ ਸਭ ਕੁਝ ਵੇਚ ਵਟ ਕੇ ਤੇ ਪਤਾ ਨਹੀਂ ਕਿੱਥੇ ਜਾ ਬੈਠੇ ਆ, ਸਾਨੂੰ ਲੱਭੇ ਨਹੀਂ। ਸਾਨੂੰ ਗੁਰੂ ਗ੍ਰੰਥ ਸਾਹਿਬ ਵਾਲ ਦੀ ਬੇਅਦਬੀ ਕਰਨ ਵਾਲੇ ਸਾਡੇ ਘਰੇ ਬੈਠੇ ਨਹੀਂ ਅਸੀਂ ਫੜ ਸਕੇ, ਜਿਨ੍ਹਾਂ ਨੇ ਬੇਅਦਬੀ ਕੀਤੀ ਹੈ। ਉਸ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਗਾਇਬ ਕਰਤੇ, ਅਜੇ ਤੱਕ ਅਸੀਂ ਉਹਨਾਂ ਦੇ ਗਲਵੇ ਨੂੰ ਹੱਥ ਨਹੀਂ ਪਾ ਸਕੇ। ਅਸੀਂ ਮੋਰਚੇ ਦੀ ਗੱਲ ਕਰਦੇ ਹਾਂ, ਤੁਸੀਂ ਪਿੱਛੇ ਲਿਖਿਆ ਸ਼ੰਭੂ ਮੋਰਚਾ, ਤੇ ਮੈਂ ਤੇ ਇੱਕੋ ਹੀ ਮੋਰਚੇ ਨੂੰ ਜਾਣਦਾ, ਉਹਦਾ ਨਾਂ ਹੈਗਾ ਜੈਤੋਂ ਦਾ ਮੋਰਚਾ। ਤੇ ਉੱਥੇ ਜਿੱਦਾਂ ਅਸੀਂ ਕੀਰਤਨ ਕਰਦੇ ਹਾਂ ਨਾ, ਜਿੱਦਾਂ ਅਸੀਂ ਕੀਰਤਨ ਕਰਦੇ ਹਾਂ, ਤੇ ਮੈਂ ਵੀਰਾਂ ਨੂੰ ਨਾਲਦਿਆਂ ਨੂੰ ਇੱਕ ਗੱਲ ਕਹੀ, ਜੇ ਮੋਰਚਾ ਭੇਟ ਚੜ੍ਹਦਾ ਨਾ, ਜੇ ਮੋਰਚਾ ਸਿਖਰ ਤੇ ਜਾਂਦਾ ਹੈ ਤੇ ਗੋਲੀ ਇੱਥੇ ਖਾਣੀ ਪੈਂਦੀ ਹੈ ਰਬਾਬ ਨਾਲ ਕੀਰਤਨ ਕਰਦਿਆਂ, ਫਿਰ ਕਿਸੇ ਬੰਨੇ ਲੱਗਦੀ ਗੱਲ। ਤੇ ਜੇ ਗੱਲਾਂ ਕਰਨੀਆਂ, ਆਪਣੇ ਦੁਸ਼ਮਣ ਨੂੰ ਪਹਿਚਾਣੋ ਪਹਿਲਾਂ, ਤੁਹਾਡਾ ਦੁਸ਼ਮਣ ਕੌਣ ਹੈ। ਹੁਣ ਮੈਂ ਚੱਲਿਆ ਸਿਰਫ ਹੱਲ ਵੱਲ। 2 ਨੁਕਤੇ ਦੱਸਣ ਲੱਗਾ, ਚੰਗੇ ਲੱਗੇ ਰੱਖ ਲਿਓ, ਨਹੀਂ ਲੱਗੇ ਤਾਂ ਮੈਂ ਤਾਂ ਆਪਣਾ ਫਰਜ਼ ਨਿਭਾਉਣਾ, ਸੱਚ ਬੋਲਣਾ। ਤੁਸੀਂ ਕਹਿੰਦੇ ਅਸੀਂ ਕੀ ਕਰੀਏ, ਸਾਡੀ ਫਸਲ ਨਹੀਂ। ਤੁਹਾਨੂੰ ਕਿਹਨੇ ਕਿਹਾ ਕਣਕ ਤੇ ਝੋਨਾ ਬੀਜਣ ਵਾਸਤੇ? ਮੈਂ ਇੱਕ ਕਹਾਣੀ ਸੁਣਾਉਣ ਲੱਗਾ, ਚੰਗੀ ਲੱਗੇ ਰੱਖ ਲਿਆ ਜੀ।
1997 ਦੇ ਵਿੱਚ 10,000 ਤੋਂ 12,000 ਠੇਕਾ ਸੀ ਕਿੱਲੇ ਦਾ। ਜਿਹਦੀ ਗੱਲ ਮੈਂ ਕਰਦਾ ਆ $1 ਟ੍ਰਿਲੀਅਨ ਵਾਲੇ ਦੀ, ਉਹਨੇ ਆਪਣੇ ਲੜਾਕੂ ਭੇਜੇ ਪੰਜਾਬ ਦੀ ਧਰਤੀ ਦੇ, ਕਹਿੰਦਾ ਜਾਓ ਪਤਾ ਕਰੋ ਵੇਖੋਗਾ ਕਿਸਾਨ ਦੀ ਔਕਾਤ ਕਿੰਨੀ ਕੁ ਹੈ। ਉਹ ਜਦੋਂ ਇੱਥੇ ਤੁਹਾਡੀ ਜ਼ਮੀਨ ਤੇ ਆਇਆ ਨਾ, ਅੱਜ ਜੰਡਿਆਲੇ ਵਾਲੀ ਸਾਈਡ, ਤੇ ਜੱਟਾਂ ਨੂੰ ਕਹਿੰਦਾ ਕਿੰਨਾ ਠੇਕਾ ਲੈਂਦੇ ਜੇ ਸਾਲ ਦਾ? ਉਹ ਕਹਿੰਦੇ ਜੀ ਅਸੀਂ ਲੈਨੇ ਆ 12,000। ਕਹਿੰਦਾ 30,000 ਦੇ ਦਈਏ ਤੇ ਕਿਵੇਂ ਚੱਲੂ? ਉਹ ਕਹਿੰਦਾ ਜੇ 30,000 ਦੇਤਾ ਤੇ ਹੋਰ ਕੀ ਚਾਹੀਦਾ। ਉਹਨਾਂ ਨੇ 30,000 ਰੁਪਈਆ ਠੇਕਾ, ਉਸ ਵੇਲੇ 12,000 ਠੇਕੇ 'ਚੋਂ 30,000 ਠੇਕਾ ਦੇ ਕੇ ਕਿੱਲੇ ਦਾ 200 ਕਿੱਲਾ ਜ਼ਮੀਨ ਜੰਡਿਆਲੇ ਦੇ ਲਾਗੇ ਲਈ। ਉਹਦੇ ਵਿੱਚੋਂ ਸਫੈਦ ਮੂਸਲੀ ਜਿਹੜੀ 100 ਰੁਪਈਏ ਦੀ 10 ਗ੍ਰਾਮ ਹੈ, 10,000 ਰੁਪਈਏ ਕਿਲੋ ਵਿਕਣ ਵਾਲੀ ਚੀਜ਼ ਜੰਡਿਆਲੇ ਦੇ 200 ਕਿੱਲਿਆਂ ਦੇ ਵਿੱਚੋਂ ਪੱਟ ਕੇ ਅਰਬਾਂ ਰੁਪਈਆਂ ਦਾ ਵਿਦੇਸ਼ ਦੇ ਵਿੱਚ ਸਫੈਦ ਮੂਸਲੀ ਵੇਚ ਕੇ ਜੱਟਾਂ ਨੂੰ ਕਹਿੰਦਾ ਚੱਕੋ 30,000 ਦਾ ਠੇਕਾ। ਤੁਹਾਨੂੰ ਅਜੇ ਤੱਕ ਨਹੀਂ ਪਤਾ ਲੱਗਾ ਫਸਲ ਕਿੱਦਾਂ ਬੀਜਣੀ। ਇਹਦੇ ਵਿੱਚ ਪੈਦਾ ਕੀ ਕਰਨਾ ਹੈ? ਪੰਜਾਬ ਗੁਰੂ ਨਾਨਕ ਸਾਹਿਬ ਨੇ ਚੋਣ ਕੀਤੀ ਹੈ ਪੰਜਾਬ ਦੀ। ਵੀਰ ਮੇਰਿਓ, ਗੱਲ ਬਹੁਤ ਬਹੁਤ ਡੂੰਘੀ ਹੈ। ਗੁਰੂ ਨਾਨਕ ਸਾਹਿਬ ਨੇ ਹੋਰ ਕਿਸੇ ਜ਼ਮੀਨ ਨੂੰ ਤਰਜੀਹ ਨਹੀਂ ਦਿੱਤੀ। ਪੰਜਾਬ ਦੀ ਜ਼ਮੀਨ ਤੇ ਆ ਕੇ ਬੁੱਢੇ ਬਾਰੇ ਹਲ ਵਾਇਆ। ਉਹਦਾ ਮਤਲਬ ਸਮਝੋ, ਪੰਜਾਬ ਨਾਲ ਦਾ ਮੌਸਮ, ਪੰਜਾਬ ਨਾਲ ਦੀਆਂ ਫਸਲਾਂ, ਪੰਜਾਬ ਨਾਲ ਦੀ ਜ਼ਮੀਨ ਦੁਨੀਆ 'ਚ ਕਿਸੇ ਕੋਲ ਨਹੀਂ ਹੈਗੀ। ਦਾਗਿਸਤਾਨ ਦੇ ਲੋਕ, ਦਾਗਿਸਤਾਨ ਦੇਸ਼ ਦੇ ਲੋਕ, ਜੇ ਇੱਕ ਮੰਜਾ ਜ਼ਮੀਨ ਮਿਲ ਜਾਏ ਨਾ ਕਿਤੇ ਪਹਾੜਾਂ ਦੇ ਵਿੱਚ ਉਹਨਾਂ ਨੂੰ, ਤੇ ਉਹ ਅੱਲਾ ਦੀ ਬੰਦਗੀ ਦੇ ਵਿੱਚ 5 ਪਹਿਰ ਬੰਦਗੀ ਕਰਦੇ ਆ। ਸ਼ੁਕਰ ਆ ਮਾਲਕਾ ਤਸੂ ਇੱਕ ਮੰਜਾ ਜ਼ਮੀਨ ਦਿੱਤੀ ਹੈ, ਇੱਕ ਮੰਜਾ, ਤੇ ਤੁਹਾਡੇ ਕੋਲ ਪੂਰੀ ਦੀ ਪੂਰੀ ਧਰਤੀ ਮਾਲਕ ਨੇ ਦਿੱਤੀ। ਤੁਸੀਂ ਫਿਰ ਅਜੇ ਵਪਾਰੀਆਂ ਦੇ ਮੂੰਹ ਵੱਲ ਵੇਨੇ ਅਸੀਂ ਫਸਲ ਕਿਹੜੀ ਬੀਜੀਏ। ਤੁਸੀਂ ਇਹਨਾਂ ਦੇ ਕਹਿਣ ਤੇ ਹਰੀ ਕ੍ਰਾਂਤੀ ਲਿਆ ਕੇ ਆਪਣੇ ਜਵਾਕਾਂ ਨੂੰ ਜ਼ਹਿਰ ਖਵਾਇਆ। ਤੁਸੀਂ ਦੁੱਧ ਤੇ ਟੀਕੇ ਲਾ ਲਾ ਕੇ ਆਕਸੀਟੋਸਨ ਦੇ ਆਪਣੇ ਬੱਚਿਆਂ ਦੀਆਂ, ਆਪਣੀਆਂ ਨੂੰਹਾਂ ਧੀਆਂ ਦੇ ਗਰਭ ਦੇ ਵਿੱਚ ਹੀ ਬੱਚੇ ਮਰਵਾ ਦਿੱਤੇ। ਆਕਸੀਟੋਸਨ ਦਾ ਦੁੱਧ ਪਿਆ ਪਿਆ ਕੇ ਕਿਹਦੇ ਵਾਸਤੇ? ਅਸੀਂ ਅਮੀਰ ਹੋ ਜਾਈਏ, ਅਸੀਂ ਪੈਸਾ ਕਮਾ ਲਈਏ। ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿੰਦੇ ਲੋਭੀ ਕਾ ਵਿਸਾਹ ਨਾ ਕੀਜੈ ਜੇ ਕਾ ਪਾਰ ਵਸਾਏ। ਲੋਭੀ ਦਾ ਵਿਸਾਹ ਨਾ ਕਰਿਓ, ਉਹ ਆਪ ਵੀ ਮਰੇਗਾ, ਤੁਹਾਨੂੰ ਮਰਵੇਗਾ। ਤੋ ਵੀਰ ਮੇਰਿਓ, ਅਗਲਾ ਨੁਕਤਾ, ਕਰਜ਼ਾ ਬੜਾ ਜੀ ਪੰਜਾਬ ਦੇ ਕਿਸਾਨ ਦੇ। ਯਹੂਦੀਆਂ ਨੇ ਇੱਕ ਪਲਾਨ ਬਣਾਇਆ, 2.5 ਕਰੋੜ ਨੇ ਉਹ ਪੂਰੀ ਦੁਨੀਆ ਦੇ ਵਿੱਚ। ਉਹਨਾਂ ਨੇ ਇੱਕ ਪਲਾਨ ਬਣਾਇਆ, ਜਦੋਂ ਉਹਨਾਂ ਦਾ ਕੋਈ ਬੰਦਾ, ਪਹਿਲੀ ਗੱਲ ਤੇ ਉਹਨਾਂ ਦਾ ਬੰਦਾ ਜੰਮਦਾ ਹੀ ਅਰਬਾਂਪਤੀ, ਉਹ ਕਰਜ਼ਦਾਰ ਨਹੀਂ ਹੁੰਦਾ। ਪਰ ਉਹਨਾਂ ਨੇ ਇੱਕ ਸਕੀਮ ਬਣਾਈ ਹੈ, ਜਦੋਂ ਵੀ ਕਰਜ਼ਾ ਕਿਸੇ ਤੇ ਚੜ੍ਹ ਜਾਏ, ਚੀਨੇ, ਜਾਪਾਨੀ, ਯਹੂਦੀ, ਇਹ ਤਿੰਨੋਂ ਇੱਕ ਕੰਮ ਕਰਦੇ ਆ। ਜਦੋਂ ਵੀ ਉਹਨਾਂ ਦਾ ਬੰਦਾ ਗੋਡਣੀਆਂ ਲਾ ਜਾਂਦਾ, ਕਰਜ਼ੇ ਥੱਲੇ ਆ ਜਾਂਦਾ ਹੈ, ਉਹ ਸਿਰਫ 1-1 ਰੁਪਈਆ ਉਹਦੇ ਅਕਾਊਂਟ 'ਚ ਪਾਉਂਦੇ ਆ। ਰਾਤ ਨੂੰ 2.5 ਕਰੋੜ ਰੁਪਈਆ ਉਹਦੇ ਮੇਜ਼ ਤੇ ਪਿਆ ਹੁੰਦਾ। ਅਸੀਂ ਏਕੇ ਦੀ ਗੱਲ ਕਰਦੇ ਹਾਂ। ਸਾਡਾ ਭਰਾ ਲਾਗੇ ਫਾਹ ਲੈ ਕੇ ਮਰ ਜੇ, ਅਸੀਂ ਉਹਨੂੰ ਕਦੇ 100 ਰੁਪਈਆ ਨਹੀਂ ਦਿੱਤਾ। ਕਿ ਸਾਨੂੰ ਉਹ ਤੁਹਾਨੂੰ ਜਾਣ ਗਈ ਹੈ ਸਰਕਾਰ ਕਿ ਤੁਸੀਂ ਭਰਾ ਦੇ ਸਿਰ 'ਚ ਡਾਂਗ ਮਾਰਨ ਨੂੰ ਤਿਆਰ ਹੈ। ਉਹ ਖੇਤ ਦੀਆਂ ਵੱਟਾਂ, ਜਿਹੜਾ ਭਰਾ ਤੁਹਾਡੇ ਨਾਲ 35 ਸਾਲ ਤੋਂ ਪੈਲੀ ਵਾਹੁੰਦਾ, ਤੁਸੀਂ ਹਲ ਨਾਲ ਉਹਦੀ ਵੱਟ ਵੱਢਣੋਂ ਨਹੀਂ ਹਟਦੇ। ਇਹ ਗੱਲ ਸਰਕਾਰ ਨੂੰ ਪਤਾ ਆ ਵੀ ਇਹਦੀ ਇੱਕ ਫਾਲ ਜਿਹੜੀ ਲੈ ਕੇ ਜਾਂਦਾ ਹੈ ਵੱਟ ਤੋਂ ਵੱਢ ਕੇ, ਇਹਦੇ ਨਾਲ ਇਹਦਾ ਢਿੱਡ ਨਹੀਂ ਭਰਨਾ, ਪਰ ਇਹਦੇ ਅੰਦਰ ਇੱਕ ਕੁਆਲਿਟੀ ਹੈ, ਇਹਨੂੰ ਜਦੋਂ ਮਰਜ਼ੀ ਠੱਗ ਲਓ। ਇਸੇ ਕਰਕੇ ਮੋਦੀ ਨੇ ਹੁਣ ਤੁਹਾਡੇ ਸੈਂਟਰ ਦੇ ਵਿੱਚ ਵਪਾਰੀ ਤਾਰੇ ਆ, ਜਿਹੜੇ ਕੁੱਤੇ ਨੂੰ ਬੱਕਰਾ ਤੇ ਬੱਕਰੇ ਨੂੰ ਕੁੱਤਾ ਬਣਾ ਦਿੰਦੇ ਆ। ਤੇ ਹੁਣ ਅਖੀਰ ਦੇ ਉੱਤੇ ਇੱਕੋ ਟਾਰਗੇਟ ਸੈੱਟ ਕਰ ਲਓ, ਤੁਸੀਂ ਉਹਦੇ ਨਾਲ ਲੜਨਾ ਆ ਜਿਹੜਾ 28 ਸਰਕਾਰਾਂ ਬਣਾ ਸਕਦਾ ਰਾਤੋਂ ਰਾਤ, ਕਿ ਤੁਸੀਂ ਇਹਨਾਂ ਨਾਲ ਲੜਨਾ ਜਿਹੜੇ ਤੁਸੀਂ ਵੋਟਾਂ ਪਾ ਕੇ ਸਿਰ ਤੇ ਬਾਏ। ਇੰਨੀ ਕੁ ਮੇਰੀ ਬੇਨਤੀ ਪ੍ਰਵਾਨ ਕਰਿਆ ਜੀ। ਦੂਜੀ ਗੱਲ ਅਸੀਂ ਚਾਹੁੰਦੇ ਹਾਂ, ਮੈਂ ਇੱਕ ਮੇਰੇ ਵੀਰ ਨੇ ਮੈਨੂੰ ਸਿਰਫ ਇੱਕ ਕਵਿਤਾ ਭੇਜੀ ਹੈ, ਮੈਂ ਉਹ ਸਿਰਫ 1-2 ਲਾਈਨਾਂ ਉਹਦੀਆਂ ਸਾਂਝੀਆਂ ਕਰਕੇ ਤੇ ਮੈਂ ਉਸ ਤੋਂ ਬਾਅਦ ਸਮਾਪਤੀ ਕਰ ਦੇਣੀ ਹੈ। ਕਹਿੰਦਾ ਇਹ ਲਹਿਰ ਨਹੀਂ ਵੀਰੇ, ਮੈਂ 1 ਮਿੰਟ 'ਚ ਸਮਾਪਤੀ ਕਰ ਦੇਣੀ। ਇਹ ਲਹਿਰ ਨਹੀਂ, ਇਹ ਜਵਾਲਾਮੁਖੀ ਹੈ। ਇਹ ਲਹਿਰ ਨਹੀਂ, ਇਹ ਜਵਾਲਾਮੁਖੀ ਹੈ। ਅੰਤ ਨੂੰ ਅੱਕ ਕੇ ਬੋਲਿਆ ਕੋਈ ਦੁਖੀ ਹੈ। ਅਸੀਂ ਹੱਸਦੇ ਖੇਡਦੇ ਇੱਥੇ ਨਹੀਂ ਆਏ ਕਿ ਅਸੀਂ ਮੌਜਾਂ ਮੰਨਣ ਆਏ ਹਾਂ। ਇੱਕ ਗੱਲ ਯਾਦ ਰੱਖਿਓ, ਸਰਕਾਰ ਨੂੰ ਵੈਸੇ ਤਾਂ ਸੁਣਦੇ ਹੋਣੇ ਆ, ਸਾਨੂੰ ਸਵੇਰੇ ਹੀ ਮਿਲ ਪਏ ਸੀ, ਕਹਿੰਦਾ ਮੈਂ CID ਤੋਂ ਹਾਂ, ਆਪਦਾ ਨਾਂ ਲਿਖਾ ਦਿਓ। ਮੈਂ ਕਿਹਾ ਲਿਖ ਦਿਓ, ਰਬਾਬੀ ਹੈ। ਕੀ ਕਰੋਗੇ ਰਬਾਬੀਆਂ ਦਾ? ਉਹ ਤੇ ਬਾਬਰ ਅੱਗੇ ਵੀ ਬੋਲੀ ਹੈ। ਕੱਖ ਨਹੀਂ ਕਰ ਸਕਦੇ ਤੁਸੀਂ, ਸਾਡਾ ਕੱਖ ਨਹੀਂ ਕਰ ਸਕਦੇ। ਸੋ ਕਹਿੰਦਾ ਅੰਤ ਨੂੰ ਅੱਕ ਕੇ ਬੋਲਿਆ ਕੋਈ ਦੁਖੀ ਹੈ, ਘਰ ਵਿੱਚੋਂ ਨਿਕਲ ਕੇ ਹਰ ਬੰਦਾ ਆਇਆ ਸੜਕ ਤੇ,
ਸੀਨੇ ਵਿੱਚ ਹੈ ਦਰਦ, ਜ਼ੁਬਾਨ ਬੇਰੁਖੀ ਹੈ। ਹੁਣ ਤੇ ਐਂ ਲੱਗਦਾ ਵੀ ਇਹਨਾਂ ਨੂੰ ਗਾਲਾਂ ਕੱਢੀਏ। ਜ਼ੁਬਾਨ ਬੇਰੁਖੀ ਹੈ, ਘਰ ਦੇ ਭੇਤੀ ਬਿਨ ਲੰਕਾ ਕੌਣ ਢਾ ਸਕਦਾ? ਦੱਸੋ, ਘਰ ਦੇ ਭੇਤੀ ਬਿਨ ਲੰਕਾ ਕੌਣ ਢਾ ਸਕਦਾ ਹੈ? ਧੂਆਂ ਤਾਈਓ ਉੱਠਿਆ, ਕੋਈ ਅੰਦਰ ਧੂਣੀ ਧੁਖੀ ਹੈ। ਧੂਆਂ ਤਾਂ ਉੱਠਿਆ ਜੇ ਕੋਈ ਅੰਦਰ ਧੂਣੀ ਧੁਖੀ ਹੈ। ਇਹ ਤਾਂ ਪਹਿਲਾਂ ਸੀ ਕਿ ਹਕੂਮਤ ਸਾਰ ਚੱਲਾਂਗੇ, ਜਿੱਦਾਂ ਹਕੂਮਤ ਕਹੇਗੀ ਉੱਦਾਂ ਚੱਲੀ ਜਾਵਾਂ। ਇਹ ਪਹਿਲਾਂ ਸੀ ਕਿ ਹਕੂਮਤ ਸਾਰ ਚੱਲਾਂਗੇ, ਪਰ ਹੁਣ ਹਕੂਮਤ ਨਹੀਂ, ਮਸਲਾ ਜ਼ਮੀਰ ਮੁਖੀ ਹੈ। ਹੁਣ ਹਕੂਮਤ ਦਾ ਮਸਲਾ ਨਹੀਂ, ਹੁਣ ਮਸਲਾ ਜ਼ਮੀਰ ਮੁਖੀ। ਸਾਡੀ ਹੁਣ ਜ਼ਮੀਰ ਕਹੇਗੀ। ਪਹਿਲਾਂ ਸਰਕਾਰ ਕਹਿੰਦੀ ਸੀ ਅਸੀਂ ਤੁਹਾਡੀ ਫਸਲ ਚੱਕ ਲੈ, ਅਸੀਂ ਕਹਿੰਦੇ ਕੋਈ ਨਹੀਂ ਚੱਕ ਲਓ। ਵਰਤਮਾਨ ਵਿੱਚ ਲੜਨਾ ਪੈਂਦਾ ਜੋਧੀ, ਵਰਤਮਾਨ ਵਿੱਚ ਲੜਨਾ ਪੈਂਦਾ ਜੋਧੀ, ਤੈਨੂੰ ਭਵਿੱਖ ਆਪਣਾ ਜੇਕਰ ਤੂੰ ਰਹਿਣਾ, ਭਵਿੱਖ ਆਪਣੇ ਵਿੱਚ ਜੇ ਤੂੰ ਰਹਿਣਾ ਸੁਖੀ ਹੈ, ਤੈਨੂੰ ਵਰਤਮਾਨ ਵਿੱਚ ਲੜਨਾ ਪਏਗਾ। ਜਿੱਦਾਂ ਆ ਸਾਡੇ ਵੀਰ, ਤੁਸੀਂ ਸਾਰੇ ਪੰਜਾਬ ਦੇ ਕਿਸਾਨ ਇੱਥੇ ਆ ਕੇ ਬੈਠੇ ਹੋ। ਮੈਂ ਇੱਕ ਕਹਾਣੀ ਸੁਣਾਉਣ ਲੱਗਾ, ਗੱਡੀ ਵਿੱਚ ਵੀਰਾਂ ਨੂੰ ਵੀ ਸੁਣਾਈ, ਇੱਕ ਤੁਹਾਨੂੰ ਸੁਣਾ ਦਿੰਦਾ। ਪੁਰਤਗਾਲ ਦੇ ਵਿੱਚ ਇੱਕ ਕਿਸਾਨ ਹੈ, ਬੜਾ ਕਹਾਣੀ ਸੁਣਾਵਾਂਗਾ ਪਰ ਰਿਜ਼ਲਟ ਨਹੀਂ, ਕਿਉਂਕਿ ਮੈਨੂੰ ਪਤਾ ਮੇਰੇ ਵੀਰ ਸੇਖੋਂ ਸਾਹਿਬ ਤੇ ਜਿੰਨੇ ਵੀ ਇੱਥੇ ਬੈਠੇ ਨੇ ਉਹ ਸਾਰੇ ਰਮਜ ਨੂੰ ਪਛਾਣਦੇ ਆ। ਵੀਰ ਦੀਪ ਸਿੱਧੂ ਹੋ ਗਿਆ, ਜਿੰਨੇ ਵੀ ਸਾਡੇ ਵੀਰ ਆਏ ਹੋਏ ਆ ਉਹ ਸਾਰੇ ਰਮਜ ਨੂੰ ਪਛਾਣਦੇ। ਮੈਂ ਰਮਜ ਸੁਣਾਉਣ ਲੱਗਾ ਕਹਾਣੀ ਦੇ ਵਿੱਚ, ਅੱਗੋਂ ਰਮਜ ਸਮਝ ਲਿਆ ਜੇ। ਪੁਰਤਗਾਲ ਦੇ ਵਿੱਚ ਕਿਸਾਨ ਸੀ, ਬੜਾ ਈਮਾਨ ਵਾਲਾ, ਗੁਰੂ ਵਾਲਾ, ਰੱਬੀ ਇਬਾਦਤ ਕਰਨ ਵਾਲਾ, ਦ੍ਰਿੜਤਾ ਵਾਲਾ, ਸਬਰ ਵਾਲਾ, ਜੇਰੇ ਵਾਲਾ। ਦੋ ਸ਼ੈਤਾਨ ਸੀ, ਜਿੱਦਾਂ ਅਸੀਂ ਮੰਨਦੇ ਆ ਨਾ ਕਿ ਸਾਡੇ ਮਾੜੇ ਕਰਮ, ਪੁਰਤਗਾਲੀ ਇਹ ਮੰਨਦੇ ਆ ਕਿ ਸ਼ੈਤਾਨ ਸਭ ਕੁਝ ਕਰਾਉਂਦਾ ਤੁਹਾਡੇ ਕੋਲ। ਜਿੱਦਾਂ ਮੁਸਲਮਾਨ ਵੀਰ ਮੰਨਦੇ ਆ ਕਿ ਸ਼ੈਤਾਨ ਉਹਨੂੰ ਪੱਥਰ ਮਾਰਦੇ ਆ। ਕਹਿੰਦੇ ਵੱਡੇ ਸ਼ੈਤਾਨ ਨੇ ਛੋਟੇ ਸ਼ੈਤਾਨ ਨੂੰ ਕਿਹਾ ਕਿ ਜਿਹੜਾ ਕਿਸਾਨ ਹੈ ਇਹਦਾ ਈਮਾਨ ਅਤੇ ਇਹਦੀ ਇੱਜ਼ਤ ਮਿੱਟੀ 'ਚ ਮਿਲਾਉਣੀ ਹੈ, ਕੀ ਕਰ ਸਕਦਾ ਹੈ? ਉਹ ਛੋਟਾ ਸ਼ੈਤਾਨ ਕਹਿੰਦਾ ਤੇ ਗੱਲ ਹੀ ਕੋਈ ਨਹੀਂ, ਆਪਾਂ ਉਡਾ ਦਿਆਂਗੇ। ਉਹ ਕਹਿੰਦਾ ਜਾ ਫਿਰ ਤੈਨੂੰ ਮੈਂ ਇਨਾਮ ਦਿਆਂਗਾ, ਪਰ ਜੇ ਨਾ ਕਰ ਸਕਿਆ ਤੇ ਗਰਦਨ ਲਾ ਦਿਆਂਗਾ ਧੌਣ ਤੋਂ। ਉਹ ਕਹਿੰਦਾ ਜੀ ਗੱਲ ਹੀ ਕੋਈ ਨਹੀਂ। ਉਹ ਆਇਆ, ਉਹਨੇ ਵੇਖਿਆ ਪਹਿਲਾਂ 2 ਦਿਨ ਕਿਸਾਨ ਕਰਦਾ ਕੀ ਹੈ। ਉਹਨਾਂ ਦੇ ਪੁਰਤਗਾਲ ਦੇ ਵਿੱਚ ਘੋੜਿਆਂ ਨਾਲ ਖੇਤੀ ਕਰਦੇ ਆ। ਤਾਂ ਉਹਨੇ ਜਦੋਂ ਵੇਖਿਆ ਕਿਸਾਨ ਸਵੇਰੇ ਰੋਟੀਆਂ ਲੈ ਕੇ ਆਉਂਦਾ ਤੇ ਉਹੀ ਰੋਟੀਆਂ ਖਾ ਕੇ ਸਾਰਾ ਦਿਨ ਹਲ ਵਾਹੁੰਦਾ ਹੈ ਤੇ ਧਰਤੀ ਦੀ ਹਿੱਕ ਚੀਰ ਕੇ ਵਿੱਚੋਂ ਅਨਾਜ ਪੈਦਾ ਕਰਦਾ ਹੈ। ਉਹ ਆਂਦਾ ਇਹ ਭੁੱਖ ਨਾਲ ਵਿਲਕੇਗਾ ਤੇ ਮੈਂ ਇਹਨੂੰ ਆਫਰ ਕਰਾਂਗਾ ਤੇ ਇਹ ਲਾਲਚੀ ਹੋ ਕੇ ਸਭ ਕੁਝ ਛੱਡ ਦੇਗਾ। ਉਸ ਸ਼ੈਤਾਨ ਨੇ ਉਹਦੇ ਹੈਟ ਵਿੱਚ, ਜਿਹੜਾ ਸਿਰ ਤੋਂ ਟੋਪੀ ਲਾਈ ਸੀ, ਉਸ ਹੈਟ ਵਿੱਚ ਪਈਆਂ ਹੋਈਆਂ ਦੋਵੇਂ ਰੋਟੀਆਂ ਪੋਣੇ ਵਿੱਚੋਂ ਚੱਕ ਲਈਆਂ ਤੇ ਗਾਇਬ ਕਰਤੀਆਂ, ਸੁੱਟਤੀਆਂ। ਉਹ ਕਿਸਾਨ ਜਦੋਂ ਭੁੱਖ ਲੱਗੀ ਵਾਪਸ ਆਇਆ ਦੁਪਹਿਰ ਨੂੰ, ਤਾਂ ਉਹਨੇ ਵੇਖਿਆ ਰੋਟੀ ਹੈ ਨਹੀਂ। ਉਹਨੇ ਪਰਵਰਦਗਾਰ ਦੇ ਅੱਗੇ ਹੱਥ ਚੱਕ ਕੇ ਉਹਨੇ ਕਿਹਾ ਸੱਚੇ ਪਾਤਸ਼ਾਹ, ਹੋ ਸਕਦਾ ਕੋਈ ਜੀ ਲੈ ਗਿਆ ਹੋਵੇ, ਹੋ ਸਕਦਾ ਕੋਈ ਚਿੜੀ ਕਾਂ ਲੈ ਗਿਆ ਹੋਵੇ, ਪਰ ਸੱਚੇ ਪਾਤਸ਼ਾਹ ਹੈ ਰੱਬ, ਮੈਨੂੰ ਸਬਰ ਦੇ, ਮੈਨੂੰ ਸਬਰ ਦੇ। ਉਹਨੇ ਪਾਣੀ ਪੀਤਾ, ਹਲ ਵਾਹੁਣ ਚਲਾ ਗਿਆ। ਸ਼ੈਤਾਨ ਦਾ ਪਾਜ ਨਾ ਚੱਲਿਆ। ਉਹ ਜਦੋਂ ਵੱਡੇ ਸ਼ੈਤਾਨ ਕੋਲ ਗਿਆ, ਉਹ ਕਹਿੰਦਾ ਵੀ ਤੂੰ ਫੇਲ ਹੋ ਗਿਆ, ਮੇਰਾ ਜੀ ਕਰਦਾ ਮੈਂ ਤੈਨੂੰ ਤੇਲ 'ਚ ਤਲ ਦਿਆਂ। ਉਹ ਕਹਿੰਦਾ ਜੀ ਇੱਕ ਮੌਕਾ ਹੋਰ ਦੇ ਦਿਓ। ਉਹ ਕਹਿੰਦਾ ਇੱਕ ਹੋਰ। ਉਹ ਵਾਪਸ ਆਇਆ ਕਿਸਾਨ ਕੋਲ, ਕਿਸਾਨ ਦਾ ਹਮਦਰਦ ਬਣ ਕੇ। ਹੁਣ ਗੱਲ ਤੁਹਾਡੇ ਪਤੇ 'ਚ ਆ ਜਾਣੀ ਹੈ ਕਿੱਦਾਂ ਵੜਿਆ ਸਾਡੇ 'ਚੋਂ। ਉਹ ਕਿਸਾਨ ਦਾ ਹਮਦਰਦ ਬਣ ਕੇ ਆਇਆ ਹਰੀ ਕ੍ਰਾਂਤੀ ਦੇ ਰੂਪ ਵਿੱਚ। ਜਦੋਂ ਹਮਦਰਦ ਬਣ ਕੇ ਆਇਆ, ਕਹਿੰਦਾ ਵੀ ਜੇ ਮੈਂ ਤੈਨੂੰ ਇੱਕ ਸਲਾਹ ਦੇਵਾਂ ਤੈਨੂੰ ਮੈਂ ਮਾਲਾ ਮਾਲ ਕਰ ਦਿਆਂਗਾ। ਸਤਿਗੁਰੂ ਨੇ ਕਿਹਾ ਸੀ ਨਾ, ਬਿਨਾਂ ਸੰਤੋਖ ਨਹੀਂ ਕੋਈ ਰਾਜੇ, ਬਿਨਾਂ ਸੰਤੋਖ ਤੋਂ ਤੇਰੇ ਤੋਂ ਰੱਜਿਆ ਨਹੀਂ ਜਾਣਾ। ਭੁੱਖਿਆਂ ਭੁੱਖ ਨਾ ਉਤਰੀ, ਗੱਲੀ ਭੁੱਖ ਨਾ ਜਾਏ। ਭੁੱਖਿਆਂ ਭੁੱਖ ਨਹੀਂ ਉਤਰਦੀ, ਗੱਲਾਂ ਨਾਲ ਭੁੱਖ ਨਹੀਂ ਜਾਂਦੀ। ਹੋਇਆ ਕੀ ਜੀ, ਉਹਨੇ ਜਦੋਂ ਕਿਹਾ ਵੀ ਮੈਂ ਤੈਨੂੰ ਮਾਲਾ ਮਾਲ ਕਰ ਦਾਂਗਾ, ਕਿਸਾਨ ਦੀ ਤਵੱਜੋ ਵਧੀ। ਉਹ ਕਹਿੰਦਾ ਕਿੱਦਾਂ? ਉਹ ਕਹਿੰਦਾ ਇਸ ਵਾਰੀ ਮੀਂਹ ਬੜੇ ਪੈਣੇ ਐ, ਤੂੰ ਖੇਤੀ ਉੱਚੇ ਥਾਂ ਤੇ ਬੀਜ ਤੇ ਬਾਕੀ ਜਿਹੜੇ ਨੇ ਉਹਨਾਂ ਨੂੰ ਛੱਡ ਦੇ, ਤੂੰ ਮੇਰੇ ਆਖੇ ਲੱਗ। ਉਹ ਕਹਿੰਦਾ ਠੀਕ ਹੈ, ਉੱਚੇ ਥਾਂ ਤੇ ਤਾਂ ਖੇਤੀ ਮੇਰੀ ਜ਼ਮੀਨ ਜਿਹੜੀ ਫਸਲ ਹੈਗੀ ਸੁੱਕ ਜਾਏਗੀ। ਉਹ ਕਹਿੰਦਾ ਮੇਰੇ ਆਖੇ ਲੱਗ। ਉਹਦੇ ਆਖੇ ਲੱਗਾ, ਉਹਨੇ ਉੱਚੇ ਥਾਂ ਤੇ ਖੇਤੀ ਬੀਜੀ, ਮੀਂਹ ਬੜਾ ਪਿਆ, ਖੇਤੀ ਸਾਰੀ ਲੋਕਾਂ ਦੀ ਬਰਬਾਦ ਹੋ ਗਈ। ਉਹ ਬਚ ਗਿਆ, ਉਹਦੇ ਕੋਲ ਪੈਸੇ ਆ ਗਏ। ਕਿਸਾਨ ਹੋ ਗਿਆ ਲਾਲਚੀ, ਈਮਾਨ ਡੋਲ ਗਿਆ ਹੁਣ ਉਹਦਾ, ਕਿਉਂਕਿ ਪੈਸਾ ਹੀ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਬਹਾਦਰ ਸ਼ਾਹ ਦੇ ਪੈਰਾਂ 'ਚ ਸੁੱਟੇ ਸੀ ਸਿੱਕੇ, ਲੈ ਆਹ ਕਰਾਮਾਤ, ਇਹਦੇ ਨਾਲ ਵੱਡੇ ਤੋਂ ਵੱਡਾ ਬੰਦਾ ਖਰੀਦਿਆ ਜਾ ਸਕਦਾ। ਤਾਂ ਉਸ ਵੇਲੇ
ਉਹਨੇ ਕਿਹਾ ਵੀ ਬਿਲਕੁਲ ਬਣ ਗਈ ਗੱਲ। ਇਹ ਜਿਹੜਾ ਬੰਦਾ ਹੈ ਨਾ ਮੇਰੇ ਨਾਲ ਆਇਆ, ਇਹ ਬੰਦਾ ਮੇਰਾ ਬਿਲਕੁਲ ਪੱਕਾ ਹਮਦਰਦੀ ਹੈ। ਉਹਨੇ ਕਿਹਾ ਕਿਸਾਨ ਨੂੰ ਇਸ ਵਾਰੀ ਉੱਚੇ ਨਾ ਬੀਜੀ, ਇਸ ਵਾਰੀ ਨੀਵੀਂ ਬੀਜੀ, ਇਸ ਵਾਰੀ ਮੀਂਹ ਨਹੀਂ ਪੈਣੇ। ਉਹ ਕਹਿੰਦਾ ਠੀਕ ਹੈ। ਉਹ ਆਖੇ ਲੱਗਾ, ਉਹਨੇ ਨੀਵੀਂ ਬੀਜੀ। ਨੀਵੀਂ ਬੀਜੀ, ਉੱਚਿਆਂ ਵਾਲਿਆਂ ਨੇ ਉਹਦੇ ਮਗਰ ਲੱਗ ਕੇ ਉੱਚੀ ਬੀਜੀ, ਜਿੱਦਾਂ ਸਾਡੇ ਵਾਲੇ ਕਰਦੇ ਆ। ਇੱਕ ਜਾਣੇ ਨੇ ਘਰ ਵਾਲੇ ਨੇ, ਇੱਕ ਨੇ ਕਿਸਾਨ ਨੇ ਆਲੂ ਬੀਜੇ। ਉਹ ਆਂਦਾ ਜੇ ਇਹਨੇ ਬੀਜੇ ਸ਼ਰੀਕਾ ਹੀ ਆ, ਫਿਰ ਵੇਖੀ ਜਾਊਗੀ, ਲਾ ਦਿਓ 25 ਕਿਲੋ ਆਲੂ, ਤੇ ਮੁੜ ਕੇ ਟਰਾਲੀ ਲੈ ਕੇ ਤੇ ਉੱਥੇ ਸੜਕਾਂ 'ਤੇ ਸੁੱਟਦੇ ਫਿਰਦੇ। ਉਹ ਰੀਸ ਨਾ ਕਰੋ, ਆਪਣੀ ਲਕੀਰ ਖੁਦ ਖਿੱਚੋ, ਆਪਣੇ ਆਪ ਨੂੰ ਖੁਦ। ਜਿਹੜਾ ਵਪਾਰੀ ਤੁਹਾਡੇ ਛੱਲੀ ਦੇ ਉੱਤੇ 65 ਰੁਪਏ ਲੈ ਕੇ ਮੌਲ 'ਚ ਵੇਚਦਾ, ਕੀ ਗੱਲ ਤੁਹਾਡੇ ਕੋਲੋਂ ਨਹੀਂ ਵਿਕਦੀਆਂ? ਸਾਨੂੰ ਸ਼ਰਮ ਆਉਂਦੀ ਹੈ ਦੁਕਾਨ ਲਾਉਣ ਲੱਗਿਆਂ, ਸਾਨੂੰ ਸੰਗ ਆਉਂਦੀ ਹੈ। ਅਸੀਂ ਆਪਣਾ ਸਭ ਕੁਝ ਦੁਕਾਨਾਂ ਵਾਲਿਆਂ ਨੂੰ ਵੇਚ ਕੇ ਅੱਜ ਧਰਨੇ 'ਤੇ ਬੈਠੇ ਆ ਨਾ। ਕਿਸਾਨੋਂ ਜਿੱਦਣ ਤੁਹਾਨੂੰ ਦੁਕਾਨਾਂ ਲਾਉਣੀਆਂ ਆ ਗਈਆਂ ਨਾ, ਉਦਣ ਤੁਸੀਂ ਆਪਣੀ ਫਸਲ ਆਪਣੀ ਦੁਕਾਨ 'ਤੇ ਖੁਦ ਵੇਚ ਸਕਦੇ ਜੇ। ਤੁਹਾਡੇ ਵਪਾਰੀ ਛੱਡ ਕੇ ਸਰਕਾਰ ਵੀ ਚੀਕਾਂ ਮਾਰਦੀ ਘਰੇ ਆਏਗੀ ਤੁਹਾਡੇ। ਉਸ ਨੇ ਕੀ ਕੀਤਾ? ਨੀਵੀਂ ਬੀਜਤੀ, ਪੈਸਾ ਹੋਰ ਆ ਗਿਆ। ਹੁਣ ਸ਼ੈਤਾਨ ਨੇ ਕਿਹਾ ਫਿਰ ਬਣ ਜੇ ਗੱਲ। ਕਹਿੰਦਾ ਕਿੱਦਾਂ? ਕਹਿੰਦਾ ਕਰ ਦਿਓ ਪਾਰਟੀ। ਫਿਰ ਰਾਤ ਨੂੰ ਉਹਨੇ ਐਡੀ ਵੱਡੀ ਪਾਰਟੀ ਅਰੇਂਜ ਕਰਵਾਈ ਵੀ ਕਿਸਾਨ ਦਾ ਸਾਰਾ ਹੀ ਪੈਸਾ ਲਵਾਤਾ, ਜਿੱਦਾਂ ਅਸੀਂ 25-25 ਲੱਖ ਵਿਆਹਾਂ 'ਤੇ ਲਾਉਂਦੇ ਹਾਂ। ਐਰਕੀ ਕੁੜੀ ਨੂੰ ਦਾਜ ਦੇਣਾ, ਮੁੰਡੇ ਵਾਲਿਆਂ ਦਾ ਮੂੰਹ ਭਰ ਦੇਣਾ। ਤੁਸੀਂ ਮੁੰਡਾ ਹੀ ਉਹ ਲੱਭੋ ਹਾਂ ਜਿਹੜਾ ਦਾਜ ਨਹੀਂ ਲੈਂਦਾ। ਐਰਕੀ ਅਸੀਂ ਆਪਣੇ ਪੁੱਤ ਦਾ ਵਿਆਹ ਕਰਨਾ, ਗੁਆਂਢੀਆਂ ਦੀਆਂ ਕੰਧਾਂ ਲਾ ਦੇਣੀਆਂ ਡੀਜੇ ਲਾ ਕੇ, ਤੇ ਸਾਡੀਆਂ ਹੁਣ ਹਿੱਲੀਆਂ, ਕੋਈ ਸੀਮੈਂਟ ਲਾਉਣ ਵਾਲਾ ਨਹੀਂ। ਉਹਨੇ ਕਿਹਾ ਪਾਰਟੀ ਕਰਾ ਦਈਏ, ਉਹ ਕਹਿੰਦਾ ਕਰ ਦਿਓ। ਜਦੋਂ ਪਾਰਟੀ ਕੀਤੀ, ਉਹਨੇ ਮਾੜੀ ਜੀ ਛੇੜ ਛੇੜੀ। ਉਹ ਕਹਿੰਦਾ ਤੇਰੀ ਘਰ ਵਾਲੀ ਅਨਪੜ੍ਹਿਆ, ਇਹਨੂੰ ਅਕਲ ਉਕਲ ਨਹੀਂ ਹੈਗੀ, ਪਾਰਟੀ ਦੇ ਬੰਦੇ ਆਏ ਵੱਡੇ, ਇਹਨੂੰ ਥੋੜ੍ਹਾ ਜਿਹਾ ਸਾਈਡ ਸੂਟ 'ਤੇ ਕਰਦੇ। ਉਹਨੇ ਦੋਵਾਂ 'ਚ ਨੋਕ ਝੋਕ ਕਰਾਤੀ। ਪਾਰਟੀ ਉਹਦੇ ਕੋਲੋਂ ਸ਼ਰਾਬ ਡੁੱਲ ਗਈ ਗੈਸਟ ਦੇ ਉੱਤੇ। ਉਹਨੇ ਆਪਣੀ ਘਰ ਵਾਲੀ ਕੁੱਟਤੀ, ਰੌਲਾ ਪੈ ਗਿਆ, ਪੈਸਾ ਲਵਾਤਾ, ਬਰਬਾਦ ਕਰਤਾ। ਜਦੋਂ ਰਾਤ ਨੂੰ ਸਭ ਕੁਝ ਉਜਾੜ ਕੇ ਉਹ ਕਿਸਾਨ ਸੜਕ 'ਤੇ ਬੈਠਾ ਸੀ ਨਾ, ਤੇ ਸ਼ੈਤਾਨ ਨੇ ਮੋਢੇ 'ਤੇ ਹੱਥ ਰੱਖ ਕੇ ਕਹਿੰਦਾ ਚੰਗਾ ਜਵਾਨਾ, ਮੇਰਾ ਇੰਨਾ ਹੀ ਕੰਮ ਸੀ। ਇਹ ਆਰਡੀਨੈਂਸ ਬਿੱਲ ਨਹੀਂ ਹੈ, ਇਹ ਤੁਹਾਨੂੰ ਥਾਪੀ ਮਿਲੀ ਹੈ ਮੋਦੀ ਵੱਲੋਂ ਵੀ ਚੰਗਾ ਜਵਾਨੋ, ਆਪਣਾ ਤੇ ਇੰਨਾ ਹੀ ਕੰਮ ਸੀ, ਹੁਣ ਤੁਸੀਂ ਬੈਠੇ ਰਹੋ ਸੜਕਾਂ 'ਤੇ। ਜਸਵੰਤ ਸਿੰਘ ਕੰਵਲ ਨੇ ਅੱਜ ਤੋਂ 12 ਸਾਲ ਪਹਿਲਾਂ ਇੱਕ ਗੁਹਾਰ ਮਾਰੀ ਸੀ। ਹੋ ਸਕਦਾ ਪਹਿਲਾਂ ਹੀ ਮਾਰੀ ਹੋਵੇ, ਮੈਨੂੰ ਤਾਂ 12 ਸਾਲਾਂ ਦਾ ਪਤਾ। ਉਹਨੇ ਲਿਖਿਆ ਸੀ ਪੰਜਾਬੀਓ ਜੀਣਾ ਕਿ ਮਰਨਾ। ਉਹਦੀ ਕਿਤਾਬ ਦਾ ਟਾਈਟਲ ਸੀ ਪੰਜਾਬੀਓ ਜੀਣਾ ਕਿ ਮਰਨਾ। ਉਹਦੇ ਵਿੱਚ ਉਹਨੇ ਖੇਤੀ ਦੇ ਇੱਕ ਕਾਲਮ ਵਿੱਚ ਜਾ ਕੇ, ਅੱਜ ਵੀ ਪੜ੍ਹ ਲਿਓ, ਲਿਖਿਆ ਸੀ ਕਿਸਾਨੋਂ 3 ਸਾਲ ਵਾਸਤੇ ਆਪਣੀਆਂ ਫਸਲਾਂ ਖਾਲੀ ਛੱਡ ਦਿਓ, ਸਿਰਫ ਆਪਣੇ ਪਰਿਵਾਰ ਵਾਸਤੇ ਬੀਜੋ। 3 ਸਾਲ ਵਾਸਤੇ। MLA ਵੋਟਾਂ ਮੰਗਣ ਨਹੀਂ ਆਏਗਾ, ਝੋਲੀ ਫਲਾ ਕੇ ਤੁਹਾਡੇ ਘਰੇ ਨਾਜ ਦੇ ਦਾਣੇ ਮੰਗਣ ਆਏਗਾ। ਤੁਹਾਨੂੰ ਸਮਝ ਆ ਰਹੀ? 3 ਸਾਲ ਖੇਤੀਆਂ ਖਾਲੀ ਛੱਡ ਦਿਓ, ਕੱਖ ਨਾ ਬੀਜੋ, ਆਪਣੇ ਪਰਿਵਾਰ ਵਾਸਤੇ ਬੀਜੋ। ਤੁਹਾਨੂੰ ਸਿਰਫ ਬਾਜ਼ਾਰ 'ਚੋਂ ਲੂਣ ਲੈ ਕੇ ਆਉਣਾ ਪੈਂਦਾ, ਬਾਕੀ ਤੁਹਾਡੇ ਸਭ ਕੁਝ ਘਰੇ ਹੈ। ਤੇ ਝੋਲੀਆਂ ਅੱਡ ਕੇ MLA, ਜਿੰਨਾ ਅੱਗੇ ਤੁਸੀਂ ਅੱਜ ਕਹਿੰਦੇ ਨਾ MLA ਇੱਥੇ ਆਵੇ ਸਾਡੇ ਨਾਲ ਗੱਲ ਕਰਨ, ਨਹੀਂ ਨਹੀਂ, ਤੁਸੀਂ ਆਪਣੇ ਘਰੇ AC 'ਚ ਬੈਠੇ ਹੋ, MLA ਉੱਥੇ ਆਏਗਾ ਕਿ ਭਾਈ ਕਰ ਦਿਓ ਕਿਰਪਾ, ਅਨਾਜ ਬੀਜ ਦਿਓ, ਮਰ ਚੱਲੇ ਭੁੱਖੇ। ਉਹਨੂੰ ਕਹਿੰਦੇ ਨਹੀਂ ਨਹੀਂ ਭਾਈ, ਟਾਈਮ ਨਹੀਂ ਹੈਗਾ, ਜਦੋਂ ਹੋਏਗਾ ਵੇਖਾਂਗੇ। ਇਹ ਸਾਡਾ ਐਟੀਟਿਊਡ ਚਾਹੀਦਾ ਸੀ, ਅਸੀਂ ਉਹਨਾਂ ਦਾ ਐਟੀਟਿਊਡ ਚੱਲਦੇ ਫਿਰਦੇ ਹਾਂ। ਸੋ ਇਸ ਕਰਕੇ ਵੀਰੋ ਬੇਨਤੀ ਹੈ, ਆਪਣੇ ਦੁਸ਼ਮਣ ਨੂੰ ਪਹਿਚਾਣੋ। ਇਹ ਵੇਖੋ ਤੁਹਾਡਾ ਟੀਚਾ ਕੀ ਹੈ। ਵਪਾਰੀ ਹੈ ਤੁਹਾਡਾ ਟੀਚਾ 63 ਟ੍ਰਿਲੀਅਨ ਰੁਪੀਜ਼ ਵਾਲਾ, ਕਿ ਜਿਹੜੀ ਸਰਕਾਰ ਹੈ ਜਿਹਦੇ ਪਿੱਛੇ ਲੁਕ ਕੇ ਉਹਨੇ ਤੁਹਾਡੇ ਤੇ ਹਮਲਾ ਕਰਨਾ। ਹੁਣ ਤੁਸੀਂ ਵੇਖੋ ਵੀ ਸਰਕਾਰ ਠੋਕਣੀ ਹੈ ਕਿ ਉਹ ਵਪਾਰੀ ਠੋਕਣਾ। ਜੇ ਵਪਾਰੀ ਠੋਕਣਾ ਹੈ ਤੇ ਮੈਂ ਪਹਿਲਾਂ ਕਹਿਤਾ 28 ਪੰਜਾਬ ਦੀਆਂ ਸਰਕਾਰਾਂ ਅੱਜ ਹੀ ਬਣਾ ਸਕਦਾ ਉਹ, ਤੇ ਤੁਹਾਡੇ ਕੋਲੋਂ ਅਗਲੇ ਦੀ ਪਈ ਹੋਈ 1 ਫੁੱਟ ਵੱਟ ਨਹੀਂ ਜਰੀ ਜਾਂਦੀ, ਤੁਸੀਂ ਵਪਾਰੀ ਨੂੰ ਕਿੱਥੋਂ ਝੱਲੋਗੇ? ਤਾਂ ਮੇਰੇ ਵੀਰੋ, ਆਰਗੈਨਿਕ ਬੀਜੋ, ਆਪਣੇ ਪਰਿਵਾਰ ਵਾਸਤੇ ਘੱਟੋ ਘੱਟ ਜ਼ਹਿਰ ਰਹਿਤ ਖੇਤੀ ਕਰੋ, ਆਪਣੇ ਆਪ ਨੂੰ ਬਚਾਓ। ਕਿਸਾਨੋਂ ਤੁਹਾਡੇ ਕੋਲ ਬਹੁਤ ਕੁਝ ਆ। ਤੁਸੀਂ ਸੋਨੇ ਦੀ ਚਿੜੀ ਐਵੇਂ ਨਹੀਂ ਸੀ ਕਹਿੰਦੇ, ਸੋਨਾ ਉਗਾ ਸਕਦੇ ਆ ਧਰਤੀ ਦੇ ਵਿੱਚ ਤੁਸੀਂ, ਸੋਨਾ। ਤੇ ਸੋਨੇ ਵਾਲਾ ਕਦੇ ਗਰੀਬ ਨਹੀਂ ਹੁੰਦਾ, ਫਾਹ ਲੈ ਕੇ ਨਹੀਂ ਮਰਦਾ। ਇਹਨਾਂ ਕਹਿੰਦਾ ਹੋਇਆ ਖਿਮਾ ਦਾ ਜਾਚਕ ਹਾਂ ਜੀ। ਸਾਰੇ ਮੇਰੇ ਵੀਰ ਆਏ ਹੋਏ ਸੱਜਣਾਂ ਨੂੰ ਜਿਹੜੇ ਇੱਥੇ ਬੈਠ ਕੇ ਵਿਰੋਧ ਕਰ ਰਹੇ ਹੋ, ਮੇਰਾ ਸਿਜਦਾ ਹੈ ਤੋ ਸਾਡੇ ਵੱਲੋਂ। ਅੱਛਾ ਵੀਰੇ, ਜੇ ਸ਼ਬਦ ਅਸੀਂ ਪਹਿਲਾਂ ਸੁਣਨਾ ਸੀ ਕੰਨ ਖੜੇ ਕਰਨ ਨੂੰ, ਹੁਣ ਅਸੀਂ ਸੁਣਾਵਾਂਗੇ ਇਬਾਦਤ ਕਰਨ ਨੂੰ।
ਤੋ ਇਸ ਕਰਕੇ ਇਬਾਦਤੀ ਮੋੜ ਦੇ ਵਿੱਚ ਆ ਜਾਓ। ਜਿਹੜੇ ਬੰਦੇ ਸਿਰ ਢੱਕ ਸਕਦੇ ਆ ਕਿਰਪਾ ਕਰਕੇ ਸਿਰ ਢੱਕ ਲਓ, ਤੇ ਜਿਹੜੇ ਨਹੀਂ ਤਾਂ ਕੋਈ ਗੱਲ ਨਹੀਂ। ਨਾਨਕ ਸਾਹਿਬ ਦਿਲ ਵਿੱਚ ਵਸਦਾ ਆ, ਨਾਨਕ ਸਾਹਿਬ ਦਿਲ ਵਿੱਚ ਜਾਂਦਾ ਆ। ਸੋ ਆਓ ਅਸੀਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ, ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਇਹ ਹੁਣ ਮੈਂ ਤਾਂ ਪੜ੍ਹਨ ਲੱਗਾ ਜਿੱਦ ਕੇ, ਕਿਉਂਕਿ ਜਿਹੜੇ ਬੰਦੇ ਤੁਹਾਡੇ ਨਾਲ ਧੱਕਾ ਕਰਦੇ ਉਹ ਗਾਂ ਨੂੰ ਮਾਂ ਮੰਨਦੇ ਆ। ਐਦਾਂ ਹੀ ਹੈ ਫਿਰ ਗੁਰਬਾਣੀ ਤਾਂ ਉੱਥੇ ਸੱਟ ਮਾਰਦੀ ਜਿੱਥੇ ਜ਼ਖਮ ਹੋਵੇ। ਤੁਹਾਡੇ ਨਾਲ ਧੱਕਾ ਕਰਦਾ ਜਿਹੜਾ ਗਾਂ ਨੂੰ ਮਾਂ ਮੰਨਦਾ ਹੈ, ਤੇ ਮੈਂ ਉਹਨੂੰ ਕਹਿੰਦਾ ਵੀ ਮੋਦੀ ਸਾਹਿਬ ਵੇਖ ਲਓ ਗਾਂ ਖਾਣੀ ਹੈ ਕਿ ਕਿਸਾਨਾਂ ਦੇ ਹੱਕ ਦੇਣੇ ਹੈ। ਪਰ ਇੱਕ ਗੱਲ ਯਾਦ ਰੱਖਿਓ, ਅਸੀਂ ਮੁੜ ਕੇ ਇਹ ਨਹੀਂ ਕਹਿਣਾ ਵੀ ਮੋਦੀ ਸਾਹਿਬ ਗਾਂ ਨਹੀਂ ਖਾਂਦੇ। ਅਸੀਂ ਕਹਿਣਾ ਕਿ ਆਰਡੀਨੈਂਸ ਪਾਸ ਹੋਏ, ਇਹਦਾ ਮਤਲਬ ਗਾਂ ਦਾ ਮਾਸ ਪਲੇਟ 'ਚ ਪਾ ਕੇ ਮੋਦੀ ਦੇ ਟੇਬਲ ਤੇ ਆ ਗਿਆ। ਕਿਉਂ? ਕਿਉਂਕਿ ਮੇਰਾ ਬਾਬਾ ਨਾਨਕ ਕਹਿੰਦਾ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਗੁਰਪੀਰ ਹਾਮਾ ਤਾ ਭਰੇ ਜਾ ਮੁਰਦਾਰ ਨਾ ਖਾਏ। ਸੋ ਆਓ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ। ਵਾਹਿਗੁਰੂ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦ ਹੱਕ ਪਰਾਇਆ ਨਾਨਕਾ ਹੱਕ ਪਰਾਇਆ ਨਾਨਕਾ ਹੱਕ ਪਰਾਇਆ ਨਾਨਕਾ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਉਸ ਸੂਰ ਉਸ ਗਾਏ ਹੱਕ ਪਰਾਇਆ ਨਾਨਕਾ ਹੱਕ ਪਰਾਇਆ ਨਾਨਕਾ ਗੁਰਪੀਰ ਹਾਮਾ ਤਾ ਪਰੇ ਗੁਰਪੀਰ ਹਾਮਾ ਤਾ ਪਰੇ ਜਾ ਮੁਰਦਾਰ ਨਾ ਖਾਏ ਜਾ ਮੁਰਦਾਰ ਨਾ ਖਾਏ ਹੱਕ ਪਰਾਇਆ ਨਾਨਕਾ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ
ਉਸ ਸੂਰ ਹਕ ਪਰਾਇਆ ਨਾਨਕਾ, ਹਕ ਪਰਾਇਆ ਨਾਨਕਾ। ਗੱਲੀ ਪਿਸਤ ਨਾ ਜਾਏ, ਗੱਲੀ ਪਿਸਤ ਨਾ ਜਾਏ, ਛੂਟੇ ਸੱਚ ਕਮਾਏ, ਛੂਟੇ ਸੱਚ ਕਮਾਏ। ਮਾਰਨ ਪਾਹੇ ਹਰਾਮ ਮੈਂ, ਮਾਰਨ ਪਾਹੇ ਹਰਾਮ ਮੈਂ, ਹੋਏ ਹਲਾਲ ਨਾ ਜਾਏ, ਹੋਏ ਹਲਾਲ ਨਾ ਜਾਏ। ਹਕ ਪਰਾਇਆ ਨਾਨਕਾ, ਹਕ ਪਰਾਇਆ ਨਾਨਕਾ। ਉਸ ਸੂਰ ਉਸ ਗਾਏ, ਉਸ ਸੂਰ ਉਸ ਗਾਏ, ਹਕ ਪਰਾਇਆ ਨਾਨਕਾ, ਹਕ ਪਰਾਇਆ ਨਾਨਕਾ। ਨਾਨਕ ਗੱਲੀ ਕੂੜਈ, ਨਾਨਕ ਨਾਨਕ ਗੱਲੀ ਕੂੜਈ, ਨਾਨਕ ਗੱਲੀ, ਨਾਨਕ ਗੱਲੀ ਕੂੜਈ। ਗੱਲੀ ਅਸੀਂ ਚੰਗੀਆਂ ਆਚਾਰੀ ਬੁਰੀਆਂ, ਗੱਲੀ ਅਸੀਂ ਚੰਗੀਆਂ ਆਚਾਰੀ ਬੁਰੀਆਂ। ਮਨੁੱਖ ਸੁੱਧਾਂ ਕਾਲੀਆਂ ਬਾਹਰੋਂ ਚਿਟਵੀਆਂ, ਮਨੁੱਖ ਸੁੱਧਾਂ ਕਾਲੀਆਂ ਬਾਹਰੋਂ ਚਿਟਵੀਆਂ। ਰੀਸਾਂ ਕਰੇ ਤਿਨਾੜੀਆਂ ਜੋ ਸੇਵੇ ਦਰ ਖੜੀਆਂ। ਗੱਲਾਂ ਅਸੀਂ ਚੰਗੀਆਂ ਆਚਾਰੀ ਬੁਰੀਆਂ। ਨਾਨਕ ਗੱਲੀ ਕੂੜਈ, ਨਾਨਕ ਗੱਲੀ ਕੂੜੋ ਪੱਲੇ ਪਾਏ, ਕੂੜੋ ਪੱਲੇ ਪਾਏ। ਹਕ ਪਰਾਇਆ ਨਾਨਕਾ, ਹਕ ਪਰਾਇਆ ਨਾਨਕਾ। ਉਸ ਸੂਰ ਉਸ ਗਾਏ, ਉਸ ਸੂਰ ਉਸ ਗਾਏ। ਹਕ ਪਰਾਇਆ ਨਾਨਕਾ, ਹਕ ਪਰਾਇਆ ਨਾਨਕਾ, ਹਕ ਪਰਾਇਆ ਨਾਨਕਾ, ਹਕ ਪਰਾਇਆ ਨਾਨਕਾ। ਇਤਨੀ ਹਾਜ਼ਰੀ ਬੇਨਤੀ ਪ੍ਰਵਾਨ ਕਰਨੀ ਜੀ। ਅਖੀਰ ਉੱਤੇ ਮੈਂ ਆਪਣੇ ਗਾਇਕ ਵੀਰ ਅਦਾਕਾਰ ਜਿੰਨੇ ਵੀ ਸਾਡੇ ਸਮਰਥਨ ਦੇ ਵਿੱਚ ਨੇ ਉਹਨਾਂ ਨੂੰ ਮੈਂ ਇੱਕੋ ਅਖੀਰ ਉੱਤੇ ਇੱਕ ਹੀ ਗੱਲ ਕਹਿਣਾ ਚਾਹੁੰਦਾ ਕਿ ਪਲੀਜ਼ ਕਿਰਪਾ ਕਰਕੇ ਹੱਥ ਬੰਨ੍ਹ ਬੇਨਤੀ ਹੈ ਇਸ ਮੰਚ ਤੋਂ, ਕਿਉਂਕਿ ਹੁਣ ਸਾਰਿਆਂ ਹੀ ਸੁਣਨਾ, ਇਸ ਕਰਕੇ ਇਕੱਲੇ ਇਕੱਲੇ ਕੋਲ ਜਾਣ ਦੀ ਬਜਾਏ ਇੱਥੋਂ ਹੀ ਹੱਥ ਬੰਨ੍ਹ ਬੇਨਤੀ ਕਰ ਦਿੰਦਾ। ਵੇਖਿਓ ਦੁਸ਼ਮਣ ਤਾਕਤਵਰ ਆ, ਆਪਣੀ ਏਕਤਾ ਨਾ ਗਵਾਵਿਓ। ਉਹਨਾਂ ਪ੍ਰਖੱਚੇ ਉਡਾ ਦੇਣੇ ਆ ਜੇ ਉਹ ਆਪਣੀ ਆਈ ਤੇ ਆਏ, ਪਰ ਤੁਹਾਡੀ ਏਕਤਾ ਹੋਈ ਉਸ ਬਾਬੇ ਦੇ ਬੰਡਲ ਵਾਂਗੂ ਤੀਲਾ ਤੀਲਾ ਟੁੱਟਣ ਨਾਲ ਚੰਗਾ ਬੰਡਲ ਬਣ ਜਾਓ। ਅਗਲਾ ਜ਼ੋਰ ਲਾ ਕੇ ਹੰਬ ਕੇ ਮਰ ਜਾਏਗਾ ਪਰ ਟੁੱਟਣਾ ਨਹੀਂ। ਸੋ ਟੁੱਟਿਓ ਨਾ। ਦੂਜੀ ਬੇਨਤੀ ਹੈ ਸੱਭਿਅਕ ਗਾਣੇ ਗਾਓ,
ਜਿੰਨੇ ਗਾਣੇ ਗਾਉਂਦੇ ਆ ਤੁਸੀਂ ਸੱਭਿਅਕ ਗਾਓ। ਅੱਜ ਤੱਕ ਜਿੰਨਾ ਤੁਸੀਂ ਮਾਰ ਲਓ, ਕੁੱਟ ਲਓ, ਲੈ ਗਏ ਰਫਲਾਂ, ਗੋਲੀਆਂ, ਆਹ ਸਟੇਜ ਮੈਨੂੰ ਤੇ ਇੱਕ ਵੀ ਰਫਲ ਨਹੀਂ ਦਿਸੀ ਇਹਦੇ। ਜਿੱਥੇ ਹੱਕ ਲੈਣ ਦੀ ਵਾਰੀ ਉੱਥੇ ਇੱਕ ਵੀ ਰਫਲ ਨਹੀਂ ਦਨਾਲੀਆਂ। ਤੋਂ ਮੇਰੇ ਜਿੰਨੇ ਵੀ ਵੀਰ ਆ ਗਾਇਕ, ਉਹ ਕਿਰਪਾ ਕਰਕੇ ਥੋੜ੍ਹਾ ਜਿਹਾ ਸਾਵਧਾਨ ਹੋ ਜਾਓ, ਸੱਭਿਅਕ ਗਾਓ। ਜਿੱਦਾਂ ਵੀਰ ਸਿੰਘ ਕੱਲ ਵੀਰ ਗਾ ਕੇ ਗਿਆ ਸੀ, ਸੱਭਿਅਕ ਗਾਓ, ਸੱਭਿਅਕ, ਜਿਹਦੇ ਨਾਲ ਤੁਹਾਡੇ ਮਾਂ ਭੈਣ ਧੀ ਨੂੰ ਸੁਣ ਲੱਗਿਆਂ ਸ਼ਰਮ ਨਾ ਆਵੇ। ਤੁਸੀਂ ਵੀ ਸਿਰ ਉੱਚਾ ਕਰਕੇ ਜੀਓ, ਪੰਜਾਬੀਅਤ ਨੂੰ ਵੀ ਜੀਣ ਦਿਓ, ਮੋਰਚੇ ਨੂੰ ਅੱਗੇ ਵਧਾਓ, ਗਲਵੱਕੜੀ ਪਾਓ, ਏਕਤਾ ਬਣਾਓ, ਏਕਤਾ ਵਿੱਚ ਹੀ ਬਲ ਹੈ। ਵਾਹਿਗੁਰੂ ਜੀ ਕਾ ਖਾਲਸਾ। ਨਹੀਂ ਇੱਦਾਂ ਨਹੀਂ, ਆਨੰਦਪੁਰ ਸਾਹਿਬ ਵਾਲੀ ਫਤਿਹ ਹੋਣੀ ਚਾਹੀਦੀ। ਗੱਜ ਕੇ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।